वर्धमान यार्न एंड थ्रेड्स लिमिटेड होशियारपुर की ओर से CSR के पहलकदमी के तहत फोकल पॉइंट में स्थित ESI अस्पताल में 12 एयर कंडीशनर लगवाने के साथ बिजली की आपूर्ति के लिए 40 किलोवाट का जनरेटर और उसके साथ एक्सरे रूम का नवीनीकरण भी किया गया। इसके उद्घाटन के लिए वर्धमान यार्न एंड थ्रेड्स के मैनेजिंग डायरेक्टर संजीव नरूला प्रमुख रूप से उपस्थित हुए और उनके साथ वित्त विभाग के डायरेक्टर तरुण चावला भी उपस्थित रहे। आपको बता दें कि वर्धमान की ओर से CSR की पहलकदमी के तहत शहर के कई पार्कों में ओपन जिम लगवाने के साथ साथ कई सरकारी स्कूलों में भी विद्यार्थियों के हित के लिए कार्य किया जा रहा है। इस मौके पर ESI अस्पताल के SMO व अन्य स्टाफ के साथ वर्धमान यार्न एंड थ्रेड्स होशियारपुर में HRI और प्रमुख अन्य सभी सीनियर मौजूद रहे। ਅੱਜ ਅਸੀਂ वर्धमान यार्न एंड थ्रेड कंपनी ਵੱਲੋਂ ਅਸੀਂ ESI ਹਸਪੀਟਲ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਅਪਗ੍ਰੇਡ ਕੀਤੀਆਂ ਉਹਦੀ ਇਨੋਗ੍ਰੇਸ਼ਨ ਲਈ ਅੱਜ ਆਏ ਹਾਂ। ਅੱਜ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੇ ਕਿ ਜੋ ਕੰਪਨੀ ਦਾ ਇਨੀਸ਼ੀਏਟਿਵ ਹੈ CSR ਐਕਟੀਵਿਟੀ ਦੇ ਅੰਡਰ ਉਸ 'ਚੋਂ ਇੱਕ ਇਨੀਸ਼ੀਏਟਿਵ ਮੈਡੀਕਲ ਫੈਸਿਲਿਟੀ ਅਪਗ੍ਰੇਡੇਸ਼ਨ ਦਾ ਹੁਸ਼ਿਆਰਪੁਰ ਦੇ ਵਿੱਚ ਇਹ ਇਨੀਸ਼ੀਏਟਿਵ ਹੈ। ਪਿਛਲੇ ਸਾਲ ਅਸੀਂ ਮੈਡੀਕਲ ਫੈਸਿਲਿਟੀ ਅਪਗ੍ਰੇਡ ਸਿਵਲ ਹਸਪਤਾਲ ਦੇ ਵਿੱਚ ਕੀਤੀਆਂ, ਜਿਸ 'ਚ ਐਕਸਰੇ ਮਸ਼ੀਨ ਤੇ ਕੁਝ ਆਟੋ ਐਨਾਲਾਈਜ਼ਰ ਤੇ 에ਅਰ ਕੰਡੀਸ਼ਨਿੰਗ ਆਫ ਕੋਵਿਡ ਵਾਰਡ ਦਾ ਕੀਤਾ। ਇਸ ਸਾਲ ਅਸੀਂ ESI ਹਸਪੀਟਲ ਨੂੰ 12 에ਅਰ ਕੰਡੀਸ਼ਨਰ, ਜਿਹਦੇ ਵਿੱਚ ਅਸੀਂ ਰਿਕਵਰੀ OT ਐਂਡ 2 ਵਾਰਡ ਦੀ 에ਅਰ ਕੰਡੀਸ਼ਨਿੰਗ ਲਈ ਇਨੀਸ਼ੀਏਟਿਵ ਲਏ। ਦੂਸਰੇ 2 ਵਾਰਡ ਦੀ ਰੈਨੋਵੇਸ਼ਨ ਤੇ ਆਪਾਂ ਨੇ ਐਕਸਰੇ ਰੂਮ ਦੇ ਵਿੱਚ ਸਟੈਬਲਾਈਜ਼ਰ ਔਰ ਆਪਾਂ ਨੇ ਹੋਰ ਰੀਫਰਨਿਸ਼ਿੰਗ ਦਾ ਐਕਟੀਵਿਟੀ ਕਰਕੇ ਐਕਸਰੇ ਨਵੀਂ ਮਸ਼ੀਨ ਦੀ ਲਾਈ, ECG ਮਸ਼ੀਨ ਵੀ ਪ੍ਰੋਵਾਈਡ ਕੀਤੀ ਹੈ। ਇਹ ਸਾਰੀਆਂ ਫੈਸਿਲਿਟੀਆਂ, ਇੱਕ ਜਨਰੇਟਰ ਰੂਮ ਦੀ ਇਹਨਾਂ ਦੀ ਰਿਕੁਆਇਰਮੈਂਟ ਸੀ ਕਿ ਜਦੋਂ ਪਾਵਰ ਚਲੇ ਜਾਂਦੀ ਹੈ ਤੇ ਇੱਕ ਜਨਰੇਟਰ ਰੂਮ 40 ਕਿਲੋਵਾਟ ਦਾ ਜਨਰੇਟਰ ਵੀ ਨया ਪ੍ਰੋਵਾਈਡ ਕੀਤਾ ਹੈ। ਅਸੀਂ ਇਹ ਸਮਝਦੇ ਹਾਂ ਕਿ ਜੋ ਇਹਨਾਂ ਦੀ ਅਣਥੱਕ ਮਿਹਨਤ ਹੈ ਡਾਕਟਰ ਦੀ ਡਿਊਰਿੰਗ ਕੋਵਿਡ ਟਾਈਮ ਵੀ ਰਹੀ ਹੈ ਔਰ ਇਹ ਹਮੇਸ਼ਾ ਇਹ ਕਰਦੇ ਆ ਰਹੇ ਹਨ ਤੇ ਕੰਪਨੀ ਇਹਨਾਂ ਨੂੰ ਇਸ ਕਰਕੇ ਹਮੇਸ਼ਾ ਸਪੋਰਟ ਕਰਦੀ ਆ ਰਹੀ ਹੈ। ਤੇ ਅਸੀਂ ਇਹ ਜਿਹੜੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ, ਅਸੀਂ ਸਮਝਦੇ ਹਾਂ ਕਿ ਫੋਕਲ ਪੁਆਇੰਟ ਦੇ ਵਿੱਚ ਰਹਿ ਰਹੇ ਵਰਕਰ ਜਾਂ ਨੇੜੇ ਸੁੰਦਰ ਨਗਰ ਦੇ ਵਰਕਰ ਨੂੰ ਬਹੁਤ ਫੈਸਿਲਿਟੀ ਮਿਲਣਗੀਆਂ, ਜਿਹਨਾਂ ਨੂੰ ਇਹਨਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਦੀ ਜਾਣ ਦੀ ਜ਼ਰੂਰਤ ਨਹੀਂ। ਡਾਕਟਰ ਪਹਿਲਾਂ ਹੀ ਬਹੁਤ ਮਿਹਨਤੀ ਹੈ, ਸਟਾਫ ਬੜਾ ਮਿਹਨਤੀ ਹੈ। ਅਸੀਂ ਹੋਰ ਵੀ ਕੋਈ ਇਹਨਾਂ ਦੇ ਵੱਲੋਂ ਰਿਕੁਐਸਟ ਆਏਗੀ ਇਹਦੀ ਨਵੀਨੀਕਰਨ ਲਈ ਜਾਂ ਹੋਰ ਵੀ ਅਪਗ੍ਰੇਡ ਕਰਨ ਲਈ, ਹਮੇਸ਼ਾ ਅਸੀਂ ESI ਹਸਪੀਟਲ ਦੇ ਸਟਾਫ ਦੇ ਨਾਲ ਹਮੇਸ਼ਾ ਵਚਨਬੱਧ ਹਾਂ। ਇਹਨਾਂ ਦੀ 1-2 ਹੋਰ ਰਿਕੁਐਸਟ ਆਈਆਂ ਤੇ ਅਸੀਂ ਉਹ ਵੀ ਉਹਨਾਂ ਲਈ ਕੰਸੀਡਰ ਕਰ ਰਹੇ ਹਾਂ। ਸਰ, ਇਸ ਹਸਪਤਾਲ ਵਾਸਤੇ ਅਸੀਂ ESI ਹਸਪੀਟਲ ਦੇ ਇਸ ਵੇਲੇ ਜਿਹੜਾ ਖਰਚਾ ਜਿਹੜਾ ਕੀਤਾ ਹੈ ਅਸੀਂ ਕੀਤਾ ਹੈ 12 ਲੱਖ ਰੁਪਏ ਦਾ, ਪਰ ਇਹਨਾਂ ਦੀ 3-4 ਲੱਖ ਰੁਪਏ ਦੀ ਹੋਰ ਰਿਕੁਐਸਟ ਆਈ ਹੈ। ਇਸੇ ਤਰ੍ਹਾਂ ਅਸੀਂ ਇਨੀਸ਼ੀਏਟਿਵ ਹੋਰ ਜਿਹੜੇ ਲਏ ਹੈ, ਅਸੀਂ ਗਵਰਨਮੈਂਟ ਸਕੂਲ ਦੀ ਅਪਗ੍ਰੇਡੇਸ਼ਨ ਦੇ ਸਕੂਲ ਲਏ, ਉਹਨਾਂ ਵਿੱਚੋਂ 3 ਪ੍ਰੋਜੈਕਟ ਆਲਮੋਸਟ ਨੀਅਰ ਕੰਪਲੀਸ਼ਨ ਹੈ। ਉਸ 'ਚ ਸਭ ਤੋਂ ਪੁਰਾਣਾ ਹੁਸ਼ਿਆਰਪੁਰ ਦਾ ਰੇਲਵੇ ਮੰਡੀ ਸਕੂਲ ਹੈ ਜਿਹੜਾ 100 ਸਾਲ ਪੁਰਾਣਾ ਹੈ। ਉਹ ਆਲਮੋਸਟ ਰੈਨੋਵੇਸ਼ਨ ਤੀਸਰਾ ਸਾਲ ਹੈ, ਉਹਦੇ ਵਿੱਚ ਜਿਹੜੀ ਰੈਨੋਵੇਸ਼ਨ ਦਾ ਐਕਟੀਵਿਟੀ ਚੱਲ ਰਹੀ ਹੈ ਉਹ ਅਸੀਂ 28 ਫਰਵਰੀ ਤੱਕ ਕੰਪਲੀਟ ਕਰਨ ਦੀ ਆਸ਼ਾ ਰੱਖਦੇ ਹਾਂ। ਇੱਕ ਰਿਕੁਆਇਰਮੈਂਟ ਸੀ ਤੇ ਅਸੀਂ ਇੱਕ ਵਰਧਮਾਨ ਬਲਾਕ ਨਵਾਂ ਬਣਾ ਕੇ ਦਿੱਤਾ ਹੈ, ਉਹਦੇ ਨਾਲ ਮਿਡ ਡੇ ਮੀਲ ਦਾ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਹੈ, ਉਹ ਵੀ ਅਸੀਂ ਮਾਰਚ ਦੇ ਵਿੱਚ ਹੈਂਡਓਵਰ ਕਰ ਦਾਂਗੇ। ਇੱਕ ਸਕੂਲ ਜੱਲੋਵਾਲ ਖਨੂਰ ਦੇ ਵਿੱਚ ਹੈ, ਅਸੀਂ ਉਹ ਵੀ ਲੜਕੀਆਂ ਦਾ ਸਕੂਲ ਹੈ, ਜਿਨ੍ਹਾਂ 'ਚ ਆਪਾਂ ਨੇ ਉਹਨਾਂ ਦੀ ਕਾਫੀ ਸਾਰੀ ਫੈਸਿਲਿਟੀਆਂ ਅਪਗ੍ਰੇਡ ਕੀਤੀਆਂ ਹੈ ਤੇ ਇੰਕਲੂਡਿੰਗ ਲਾਇਬ੍ਰੇਰੀ, ਸਟਾਫ ਰੂਮ, ਫੀਮੇਲ ਵਾਸ਼ਰੂਮ, ਆਲ ਦੀਸ ਫੈਸਿਲਿਟੀ ਹੈ। ਤੇ ਅਗਲੇ ਸਾਲ ਲਈ ਅਸੀਂ 3 ਹੋਰ ਸਕੂਲ ਚੁਣੇ ਹੈ, ਉਹਨਾਂ ਵਿੱਚੋਂ 4 ਸਕੂਲ ਹੋਰ ਚੁਣੇ ਹੈ ਜਿਨ੍ਹਾਂ ਦੀ ਅਸੀਂ ਫੈਸਿਲਿਟੀ ਅਪਗ੍ਰੇਡ ਕਰਨ ਵਾਲੇ ਹਾਂ। ਤੇ ਅਗਲੇ ਸਾਲ ਦੇ ਵਿੱਚ ਵੀ ਅਸੀਂ ਫੋਕਸ, ਜਿੱਦਾਂ ਸੰਜੀਵ ਨੂਲਾ MD ਜੀ ਨੇ ਬਤਾਇਆ ਕਿ ਫੋਕਸ ਸਾਡਾ ਐਜੂਕੇਸ਼ਨ, ਪਾਰਟਿਕੂਲਰਲੀ ਗਵਰਨਮੈਂਟ ਸਕੂਲ, ਫੋਕਸਿੰਗ ਔਨ ਅਪਗ੍ਰੇਡੇਸ਼ਨ ਆਫ ਐਜੂਕੇਸ਼ਨ ਫॉर ਦ ਗਰਲਸ, ਹੈਲਥ ਤੇ ਇਨਵਾਇਰਮੈਂਟ ਦੇ ਵਿੱਚ ਅਸੀਂ ਹੁਣ ਇੱਕ ਲਾਗੇ ਦੇ ਪਿੰਡਾਂ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤੇ ਹੈ ਪੁਰਾਣੇ ਛੱਪੜ, ਜਿਨ੍ਹਾਂ ਨੂੰ ਅਸੀਂ ਰਿਵਾਈਵ ਕਰਾਂਗੇ ਤੇ ਰਿਵਾਈਵ ਕਰਕੇ ਅਸੀਂ ਉਹੀ ਪੁਰਾਣੀ ਫਾਰਮ ਦੇ ਵਿੱਚ ਲੈ ਕੇ ਆਵਾਂਗੇ, ਜਿਨ੍ਹਾਂ ਵਿੱਚੋਂ ਆਪਣਾ ਉਹ ਪਾਣੀ ਆਪਣੇ ਇਰੀਗੇਸ਼ਨ ਲਈ ਜਾਂ ਉਹਦੇ ਲਈ ਯੂਜ਼ ਕਰ ਪਾएंगे। ਅਸੀਂ ਇੱਕ ਇਹ ਕੰਮ अगले साल ਲਈ पाउंड का काम भी शुरू कर देवांगे। थैंक यू, धन्यवाद। मैं यहाँ के मुझे एक फीलिंग हो रही है कि जिस तरीके से इस चीज़ को हमने कंसीव किया था
सब डॉक्टर्स के साथ मरीजों के लिए फैसिलिटीज़ अपग्रेड करने का वो सामने अब उभर के नज़र आ रही हैं। एज वर्धमान हमारा एंडेवर यही है कॉन्टीन्यूसली कि वी कीप ऑन प्रोवाइडिंग बैक टू द सोसाइटी, और जो कॉर्पोरेट सोशल रिस्पॉन्सिबिलिटीज़ के अंदर हमारे पास रिस्पॉन्सिबिलिटीज़ हैं उनको हम पूरा करें। और ईएसआई हॉस्पिटल के जितने भी डॉक्टर्स एंड बाकी एसोसिएट्स हैं, उन लोगों ने बहुत मेहनत से इस चीज़ को अंजाम दिया है और हम उनके साथ पूरी तरह से खड़े हैं। एंड वी विल कंटिन्यू टू ऐड सपोर्ट टू ईएसआई हॉस्पिटल सो दैट जो मरीज पेशेंट्स यहाँ पर आते हैं, ना ही उनको आके ऐसा लगे कि उनकी ज़रूरतों का समाधान इमीडिएटली हो रहा है, साथ में उनको ऐसी फैसिलिटीज़ मिले कि जो इलाज है वो बेहतरीन हो और वो जल्दी से ठीक हो पाएँ। तो एज वर्धमान हम इस कमिटमेंट पे हमेशा खड़े रहेंगे एंड विल कंटिन्यू टू सपोर्ट ईएसआई हॉस्पिटल इन वेरियस एंडेवर्स। थैंक यू वेरी मच। सीएसआर स्कीम के तहत एज ए ऑर्गेनाइजेशन हमारा सबसे इम्पोर्टेंट एंडेवर है कि हम यहाँ इस एरिया के जितने भी स्कूल्स हैं जो एसोसिएटेड हैं हमसे, उसमें हम वहाँ पर फैसिलिटीज़ क्रिएट करें। सो जब बच्चे अगर अच्छे निकलेंगे तो उसमें ओवरऑल सोसाइटी की अपलिफ्टमेंट होती है। तो हमारा एंडेवर ये है कि जो एजुकेशन सिस्टम है उसको कम्प्लीटली सपोर्ट करें। कोविड के आने के बाद एक अनदर एंडेवर ये हो गया कि जितनी भी फैसिलिटीज़ हैं, मेडिकल फैसिलिटीज़ हैं, वहाँ पर एज ए ऑर्गेनाइजेशन हम जितना सपोर्ट कर सकें टू अपग्रेड दोज फैसिलिटीज़ एंड प्रोवाइड बेटर ट्रीटमेंट्स टू पेशेंट्स एंड फैसिलिटीज़ टू पेशेंट्स, वो हम उसकी तरफ अपने सीएसआर फंड्स को यूज़ कर रहे हैं। एंड तीसरा एक बड़ा इंपॉर्टेंट एरिया के अंदर हम जो काम कर रहे हैं वो है एनवायरमेंटल सस्टेनेबिलिटी। आप जानते हैं कि जिस तरह से पॉल्यूशन और बहुत सारे ग्लोबल इश्यूज आज की तरफ सामने आ रहे हैं, तो एज ए कॉर्पोरेट रिस्पॉन्सिबिलिटी फील कि हमारा ये फोकस होना चाहिए कि जिस एरिया में हम स्टेशन हैं उस एरिया के एनवायरनमेंट को बेटर करने के लिए ऑर्गेनाइजेशन सपोर्ट करें। तो ये 3 एरियाज़ के अंदर हम कॉन्स्टेंटली वर्क कर रहे हैं टू प्रोवाइड सपोर्ट टू द कम्युनिटी।